प्यारे प्रभु जी तेरा धन्यवाद तेरा शुक्र हो खुदा बाप मेरे पिता ये तेरा वचन तेरे बच्चों को दसन लगा मैनू शक्ति दे बड़े चंगे ढंग दे नाल मैं दसां ताकि इन्हां दी समझ दे विच आ जे बुद्ध नूं खोल देना यसू राजा खुदा बाप ये तेरे वचन नूं समझन तेरा नाम उच्चा होवे प्रभु जी तेरे नाम की वडियाई होवे प्रभु इन्हां नूं बहुत 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 सारी आशीष दे बरकत दे तेरा नाम उच्चा होवे तेरा शुक्र होवे प्रभु तेरे जिंदा पवित्र नाम च मंगदे आमीन सारे बोलो हालेलुया हालेलुया यीशु की लो भाई हुण पढ़ो फिर इस आयत नूं ते ध्यान दे नाल सुनो आज राजकुमार कड्ढिया तुसीं भी हैं ठीक है चलो कोई नहीं तुसीं वैसे सुनो जे कट सकते ठीक है नहीं तो सुनो क्योंकि हो सकता कटदे तुहाडा ध्यान ना इधर जावे सुनने वाल पर सुनो ऐसा देख लैणियां भैण बिंदर ने इन्हां दे कोलों फिर पढ़ सकदे हो तुसीं हाँ जी इस लई जो प्रभु आप ललकारे नाल महादूत दी आवाज नाल हाँ जी अते परमेश्वर दी तुरी नाल स्वर्ग तो उतरेगा हाँ जी अते जेड़े मसीह विच हो के मोए हन ओ पहला जी उठणगे सारे बोलो हालेलुया हालेलुया ਆਪਾਂ ਇਹਦੇ ਵਿੱਚ ਤਿੰਨ ਗੱਲਾਂ ਚੀਜ਼ ਬਹੁਤ ਖਾਸ ਵੇਖੀਆਂ ਨੇ ਤਿੰਨ ਗੱਲਾਂ ਆਪਾਂ ਕੀ ਵੇਖੀਆਂ ਨੇ ਖਾਸ ਪਹਿਲੀ ਗੱਲ ਵੇਖੋ ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ ਠੀਕ ਹੈ ਜੀ ਲਲਕਾਰੇ ਦੇ ਨਾਲ ਪਹਿਲੀ ਖਾਸ ਗੱਲ ਜਦੋਂ ਯਿਸੂ ਨੇ ਆਉਣਾ ਆ ਸਾਨੂੰ ਲੈਣ ਦੇ ਲਈ ਪਹਿਲੀ ਗੱਲ ਲਲਕਾਰਾ ਦੂਜੀ ਗੱਲ ਮਹਾਦੂਤ ਦੀ ਆਵਾਜ਼ ਤੀਜੀ ਗੱਲ ਪਰਮੇਸ਼ਰ ਦੀ ਤੁਰੀ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਆਪਾਂ ਪਹਿਲਾਂ ਇਹਨਾਂ ਤਿੰਨ ਗੱਲਾਂ ਨੂੰ ਸਿੱਖੀਏ ਠੀਕ ਹੈ ਜੇ ਟਾਈਮ ਹੋਇਆ ਆਪਾਂ ਗਾਂ ਵੀ ਸਿੱਖਾਂਗੇ ਪਹਿਲਾਂ ਇਹ ਤਿੰਨਾਂ ਗੱਲਾਂ ਦੀ ਆਪਾਂ ਸਟੱਡੀ ਕਰਦੇ ਹਾਂ ਪਹਿਲਾਂ ਆਪਾਂ ਲਲਕਾਰੇ ਬਾਰੇ ਸੋਚ ਵੇਖਦੇ ਹਾਂ ਵੀ ਲਲਕਾਰੇ ਦਾ ਮਤਲਬ ਕੀ ਹੈ ਜਦੋਂ ਯਿਸੂ ਨੇ ਆਉਣਾ ਉਹਨੇ ਲਲਕਾਰਾ ਕਿਹੜਾ ਮਾਰਨਾ ਹੈ ਠੀਕ ਹੈ ਜੀ ਜਦੋਂ ਕੋਈ ਕਹਿਣ ਨੂੰ ਲਲਕਾਰਦਾ ਵਾ ਉਹਦਾ ਮਤਲਬ ਤੇ ਹੁੰਦਾ ਨਾ ਐਵੇਂ ਥੋੜੀ ਕੋਈ ਲਲਕਾਰੀ ਜਾਂਦਾ ਕੋਈ ਲਲਕਾਰ ਜਿਹੜਾ ਨਾ ਉਹਦਾ ਕੋਈ ਮਤਲਬ ਹੈ ਕੋਈ ਮਕਸਦ ਆ ਵੇਖੋ प्यारे भैनों भराओ दुनिया के लोग भी बड़ा ललकारते हैं पर हुंदा कुछ नहीं है पर जो परमेश्वर ललकारदा ना उदों बड़ा कुछ हुंदा है आओ असीं पहलों परमेश्वर दीयां ललकारां बारे पढ़ीए जो उन्हां दी इंजील 11 दे आए परमेश्वर दीयां ललकारां बारे जो उन्हां दी इंजील 11 दे आए ओदी 43 आयत पढ़ो ਇਹ ਕਹਿ ਕੇ ਉੱਚੀ ਆਵਾਜ਼ ਮਾਰੀ हाँ जी ਇਹ ਲਾਜ਼ਰ ਬਾਹਰ ਆ सारे बोलो हालेलुया हालेलुया ਜਦੋਂ ਲਾਜ਼ਰ ਮਰ ਗਿਆ ਯਿਸੂ ਮਸੀਹ ਕਿੰਨੇ ਦਿਨਾਂ ਬਾਅਦ ਆਇਆ 4 ਦਿਨਾਂ ਬਾਅਦ ਭਰਾ ਕਿੰਨੇ ਦਿਨਾਂ ਬਾਅਦ 4 ਦਿਨਾਂ ਬਾਅਦ 4 ਦਿਨਾਂ ਬਾਅਦ ਕਬਰ ਤੇ ਆਇਆ 4 ਦਿਨ ਦਾ ਮੁਰਦਾ ਲਾਜ਼ਰ ਆ ਤੇ ਯਿਸੂ ਮਸੀਹ ਨੇ ਕਿੱਦਾਂ ਆਵਾਜ਼ ਦਿੱਤੀ ਲਲਕਾਰੇ ਆ ਨਾਲ ਫੇਰ ਪੜੋ ਵੇਖੋ ਇਹ ਕਹਿ ਕੇ ਉੱਚੀ ਆਵਾਜ਼ ਮਾਰੀ ਇਹ ਕਹਿ ਕੇ ਉੱਚੀ ਆਵਾਜ਼ ਮਾਰੀ ਇਹ ਲਾਜ਼ਰ ਬਾਹਰ ਆ ਤੇ ਲਾਜ਼ਰ ਬਾਹਰ ਆ। ਹੁਣ ਉੱਚੀ ਆਵਾਜ਼ ਕਿੱਦਾਂ ਮਾਰੀ ਹੋਏਗੀ ਹੁਣ ਮੈਂ ਤੁਹਾਨੂੰ ਮਾਰ ਕੇ ਵਿਖਾ ਦਿੰਦਾ ਸਾਰੇ ਨੀਲੇ ਪਾਸ ਮਾਰ ਕੇ ਵਿਖਾ ਦੇ ਐ ਲਾਜ਼ਰ ਬਾਹਰ ਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਇਦਾਂ ਆਵਾਜ਼ ਮਾਰੀ ਹੋਏਗੀ ਯਿਸੂ ਮਸੀਹ ਦੀ ਆਵਾਜ਼ ਜਿਹੜੀ ਨਾ ਮੁਰਦਿਆਂ ਨੂੰ ਜਗਾ ਦਿੰਦੀ ਆ ਯਿਸੂ ਮਸੀਹ ਦੀ ਆਵਾਜ਼ ਕੀ ਕਰਦੀ ਆ ਮੁਰਦਿਆਂ ਨੂੰ ਜਗਾ ਦਿੰਦੀ ਆ ਲਲਕਾਰਿਆ ਯਿਸੂ ਨੇ ਲਲਕਾਰ ਕੇ ਆਵਾਜ਼ ਮਾਰੀ ਐ ਲਾਜ਼ਰ ਬਾਹਰ ਆ ਤੇ ਲਾਜ਼ਰ ਕੀ ਹੋਇਆ ਬਾਹਰ ਆ ਗਿਆ ਉਸੇ ਵੇਲੇ ਬਾਹਰ ਆ ਗਿਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਜਿਹੜੇ ਪ੍ਰਭੂ ਦੇ ਬੰਦੇ ਆ ਉਹ ਕਦੇ ਮਰਦੇ ਨਹੀਂ ਉਹ ਸੌਂਦੇ ਆ ਉਹ ਮਰਦੇ ਨਹੀਂ ਉਹ ਕੀ ਹੋਇਆ ਸੌਂਦੇ ਆ 4 ਦਿਨ ਹੋ ਗਿਆ ਸੀ ਲੋਕਾਂ ਦੇ ਲਈ ਤੇ ਮਰਿਆ ਸੀ ਪਰ ਪ੍ਰਭੂ ਦੇ ਲਈ ਸੁੱਤਾ ਸੀ ਔਰ ਪ੍ਰਭੂ ਨੇ ਜਦੋਂ ਲਲਕਾਰਾ ਮਾਰਿਆ ਤੇ ਉਹ ਜਿੰਦਾ ਹੋ ਕੇ ਬਾਹਰ ਆ ਗਿਆ ਅੱਗੇ ਉਹ ਜਿਹੜਾ ਮੋਇਆ ਹੋਇਆ ਸੀ ਕਫਨ ਨਾਲ ਹੱਥ ਪੈਰ ਬੱਧੇ ਹਾਂਜੀ। ਹੋਏ ਬਾਹਰ ਨਿਕਲ ਆਇਆ ਹੱਥ ਪੈਰ ਬੱਧੇ ਆ ਤੇ ਕੀ ਹੋਇਆ ਬਈ ਬਾਹਰ ਨਿਕਲ ਆਇਆ ਸਮਝ ਗਏ ਲਲਕਾਰਾ ਇੱਕ ਹੋਰ ਹੈ ਤਾਂ ਆਪਾਂ ਪੜ੍ਹਦੇ ਹਾਂ ਲਲਕਾਰ ਬਾਰੇ ਠੀਕ ਹੈ ਮੱਤੀ ਦੀ ਇੰਜੀਲ ਕੱਢੋ ਇਸ ਦਾ ਤੁਸੀਂ 27 ਲਿਆਏ ਉਹਦੀ 50 ਹੈ ਪੜੋ ਮੱਤੀ ਦੀ ਇੰਜੀਲ 27 ਲਿਆਏ ਉਹਦੀ 50 ਹੈ ਯਿਸੂ ਨੇ ਫਿਰ ਉੱਚੀ ਆਵਾਜ਼ ਨਾਲ ਯਿਸੂ ਨੇ ਕਿੱਦਾਂ ਆਵਾਜ਼ ਮਾਰੀ ਉੱਚੀ ਆਵਾਜ਼ ਨਾਲ ਉੱਚੀ ਆਵਾਜ਼ ਦੇ ਨਾਲ ਹਾਂਜੀ ਉੱਚੀ ਆਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ ਉੱਚੀ ਆਵਾਜ਼ ਦੇ ਨਾਲ ਪੁਕਾਰ ਕੇ ਆਪਣੀ ਕੀ ਕੀਤਾ ਜਾਨ ਦੇ ਦਿੱਤੀ ਹੁਣ ਪ੍ਰਭੂ ਯਿਸੂ ਸਲੀਬ ਤੇ ਕਿੱਦਾਂ ਪੁਕਾਰਿਆ ਹੈਗਾ ਉਹਨੇ ਆਖਿਆ ਨਾ ਐ ਪਿਤਾ ਮੈਂ ਆਪਣੀ ਜਾਨ ਤੇਰੇ ਹੱਥ ਵਿੱਚ ਦੇਣਾ ਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਉੱਚੀ ਆਵਾਜ਼ ਦੇ ਨਾਲ ਪ੍ਰਭੂ ਪੁਕਾਰਿਆ ਪ੍ਰਭੂ ਦੀ ਜਾਨ ਨਿਕਲ ਗਈ
ਜਦੋਂ ਯਿਸੂ ਪੁਕਾਰਦਾ ਹੈ ਨਾ, ਉਦੋਂ ਧਰਤੀ ਦੇ ਵਿੱਚ ਜਿਹੜੇ ਮੁਰਦੇ ਆ ਉਹ ਸਾਰੇ ਕੀ ਹੋ ਜਾਂਦੇ ਆ? ਜਿੰਦੇ ਹੋ ਜਾਂਦੇ। ਉਹਨਾਂ ਦੀ ਜਾਗ ਖੁੱਲ ਜਾਂਦੀ ਯਿਸੂ ਮਸੀਹ ਦੀ ਆਵਾਜ਼ ਸੁਣ ਕੇ। ਮੁਰਦਿਆਂ 'ਚ ਜਾਨਾਂ ਪੈ ਜਾਂਦੀਆਂ ਯਿਸੂ ਮਸੀਹ ਦੀ ਆਵਾਜ਼ ਸੁਣ ਕੇ। ਔਰ ਜਦੋਂ ਪ੍ਰਭੂ ਯਿਸੂ ਮਸੀਹ ਨੇ ਲਾਜ਼ਰ ਨੂੰ ਪੁਕਾਰਿਆ, ਯਿਸੂ ਨੇ ਉਹਦਾ ਨਾਂ ਲੈ ਕੇ ਕਿਉਂ ਉਹਨੂੰ ਪੁਕਾਰਿਆ? ਕਿਉਂਕਿ ਜੇ ਇਕੱਲਾ ਇਦਾਂ ਆਂਦਾ ਨਾ ਲਾਜ਼ਰ, ਜੇ ਇਕੱਲਾ ਇਦਾਂ ਆਂਦਾ ਨਾ ਮੁਰਦੇ ਬਾਹਰ ਆ, ਸਾਰੀ ਦੁਨੀਆ ਦੇ ਮੁਰਦੇ ਬਾਹਰ ਆ ਜਾਣੇ। ਪਰ ਯਿਸੂ ਮਸੀਹ ਨੇ ਸਿਰਫ ਉਹਦਾ ਨਾਮ ਲਿਆ ਤਾਂ ਕਿ ਉਹੋ ਹੀ ਸੁਣੇ ਤੇ ਉਹੋ ਹੀ ਬਾਹਰ ਆਵੇ। ਇੱਥੇ ਪ੍ਰਭੂ ਯਿਸੂ ਮਸੀਹ ਨੇ ਜਦੋਂ ਉੱਚੀ ਆਵਾਜ਼ ਦੇ ਨਾਲ ਪੁਕਾਰਿਆ, ਜਾਨ ਦਿੱਤੀ, ਤੇ ਵੇਖੋ ਕੀ ਹੋਇਆ। ਪੜੋ। ਹਰ ਵੇਖੋ ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤਾਈਂ ਪਾਟ ਕੇ 2 ਹੋ ਗਿਆ। ਹੈਕਲ ਦਾ ਪਰਦਾ ਜਿਹੜਾ ਉੱਪਰੋਂ ਲੈ ਕੇ ਹੇਠਾਂ ਤੀਕਰ 2 ਹੋ ਗਿਆ। ਅਤੇ ਧਰਤੀ ਕੰਬ ਗਈ ਅਤੇ ਪੱਥਰ ਤਿੜਕ ਗਏ ਅਤੇ ਕਬਰਾਂ ਖੁੱਲ ਗਈਆਂ। ਕਬਰਾਂ ਕੀ ਹੋ ਗਈਆਂ? ਖੁੱਲ ਗਈਆਂ। ਬੋਲੋ ਹਾਲੇਲੂਇਆ। ਹਾਲੇਲੂਇਆ। ਆ ਲਲਕਾਰ ਆ, ਸਮਝ ਗਏ? ਲਲਕਾਰ ਮੈਂ ਦੱਸਣ ਦਾ ਤੁਹਾਨੂੰ, ਲਲਕਾਰ ਕੀ ਆ? ਯਿਸੂ ਮਸੀਹ ਦੀ ਲਲਕਾਰ ਹੋਣੀ ਆ ਪਹਿਲੋਂ, ਠੀਕ ਆ? ਔਰ ਯਿਸੂ ਮਸੀਹ ਦੀ ਲਲਕਾਰ ਉਦੋਂ ਵੀ ਹੋਈ ਜਦੋਂ ਲਾਜ਼ਰ ਜਿੰਦਾ ਹੋਇਆ। ਯਿਸੂ ਮਸੀਹ ਦੀ ਲਲਕਾਰ ਉਦੋਂ ਵੀ ਹੋਈ ਜਦੋਂ ਸਲੀਬ ਤੇ ਉਹ ਮਰਿਆ। ਔਰ ਲਿਖਿਆ ਕਬਰਾਂ ਖੁੱਲ ਗਈਆਂ। ਹਾਂਜੀ। ਪਰ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਥਾਂ ਉਠਾਈਆਂ ਗਈਆਂ। ਲਓ ਵੀ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲਾਸ਼ਾਂ ਕੀ ਹੋਈਆਂ? ਉਠਾਈਆਂ ਗਈਆਂ। ਹਾਲੇਲੂਇਆ। ਹਾਲੇਲੂਇਆ। ਸੰਤਾਂ ਦੀਆਂ ਲਿਖਿਆ, ਸੰਤਾਂ ਦੀਆਂ। ਜਿਹੜੇ ਸੰਤ ਆ ਉਹ ਕਬਰਾਂ ਚੋਂ ਬਾਹਰ ਆ ਗਏ। ਇਹ ਨਹੀਂ ਵੀ ਉਹ ਬਾਹਰ ਆ ਗਏ ਤੇ ਕਿਸੇ ਨੂੰ ਦਿਖੇ ਨਹੀਂ, ਤੁਰਦੇ ਫਿਰਦੇ ਦਿਖੇ ਸਾਰਿਆਂ ਨੂੰ। ਹਾਂਜੀ। ਪਰ ਉਹਦੇ ਜੀ ਉੱਠਣ ਦੇ ਪਿੱਛੋਂ ਹਾਂਜੀ। ਉਹ ਕਬਰਾਂ ਵਿੱਚੋਂ ਨਿਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚਲੇ ਗਏ। ਉਹ ਕਬਰਾਂ ਵਿੱਚੋਂ ਨਿਕਲ ਕੇ ਪਵਿੱਤਰ ਸ਼ਹਿਰ ਦੇ ਵਿੱਚ ਯਰੂਸ਼ਲਮ ਦੇ ਵਿੱਚ ਚਲੇ ਗਏ। ਅਤੇ ਹਾਂਜੀ। ਬਹੁਤਿਆਂ ਨੂੰ ਵਿਖਾਈ ਦਿੱਤੇ। ਤੇ ਬੜੇ ਲੋਕਾਂ ਨੂੰ ਵਿਖਾਈ ਦਿੱਤੇ। ਸੂਬੇਦਾਰ ਅਰ ਜਿਹੜੇ ਉਹਦੇ ਨਾਲ ਯਿਸੂ ਦੀ ਰਾਖੀ ਕਰਦੇ ਸਨ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਔਰ ਬਹੁਤ ਸਾਰੇ ਲੋਕਾਂ ਨੂੰ ਵਿਖਾਈ ਵੀ ਦਿੱਤੇ। ਪਿਆਰੇ ਭੈਣੋ ਭਰਾਵੋ, ਇਹ ਲਲਕਾਰਾਂ ਪ੍ਰਭੂ ਯਿਸੂ ਮਸੀਹ ਦੀਆਂ ਵਾ। ਇੱਕ ਲਲਕਾਰ ਹੁਣ ਫੇਰ ਹੋਣੀ ਆ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਉਣਾ ਆ। ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਵਾਂ ਕਿ ਹੁਣ ਜਿਹੜੀ ਲਲਕਾਰ ਹੋਣੀ ਆ ਉਹ ਬੜੀ ਖਾਸ ਆ। ਉਹ ਸਾਡੇ ਲਈ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਉਹ ਉਹਨਾਂ ਲਈ ਆ ਜਿਨ੍ਹਾਂ ਨੂੰ ਪ੍ਰਭੂ ਨੇ ਚੁਣਿਆ ਹੈ। ਹੁਣ ਜੇ ਕਿਸੇ ਨੂੰ ਪੁੱਛਿਆ ਜਾਵੇ ਬਈ ਸਵਰਗ 'ਚ ਕੌਣ ਕੌਣ ਜਾਣਾ ਚਾਹੁੰਦਾ, ਆਪਾਂ ਸਾਰੇ ਕਵਾਂਗੇ ਵੀ ਆਪਾਂ ਸਵਰਗ 'ਚ ਜਾਣਾ ਚਾਹੁੰਦੇ ਆ, ਅਸੀਂ ਉਠਾਏ ਜਾਣਾ ਚਾਹੁੰਦੇ ਆ, ਅਸੀਂ ਵੀ ਪਰਮੇਸ਼ਵਰ ਦੀ ਦੁਲਹਨ ਆ, ਹੈ ਨਾ? ਪਰ ਦੁਲਹਨ ਬਣਨ ਦੇ ਲਈ, ਉਠਾਏ ਜਾਣ ਦੇ ਲਈ ਉਹਦੇ ਵਚਨ ਦੇ ਨਾਲ ਤੇ ਚੱਲਣਾ ਜ਼ਰੂਰੀ ਆ ਨਾ, ਫੇਰ ਹੀ ਉਠਾਏ ਜਾਵਾਂਗੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪਰ ਜੇ ਮੰਨ ਲਓ ਆਪਾਂ ਉਹਦੇ ਵਚਨ ਦੇ ਨਾਲ ਨਹੀਂ ਚੱਲਦੇ, ਉਹਦੀ ਆਗਿਆਕਾਰੀ ਨਹੀਂ ਕਰਦੇ, ਤੇ ਫਿਰ ਆਪਾਂ ਕਿੱਦਾਂ ਉਠਾਏ ਜਾਵਾਂਗੇ? ਹਾਂਜੀ। ਹਰ ਕੋਈ ਬੰਦਾ ਨਹੀਂ ਉਠਾਇਆ ਜਾਏਗਾ। ਅੱਜ ਬਹੁਤ ਸਾਰੇ ਲੋਕ ਆ ਵੇਖੋ ਜਿਹੜੇ ਆਗਿਆਕਾਰੀ ਦੇ ਵਿੱਚ ਨਹੀਂ ਆ। ਔਰ ਪ੍ਰਭੂ ਯਿਸੂ ਮਸੀਹ ਨੇ ਆਉਣਾ। ਆ ਤੁਸੀਂ ਪ੍ਰਕਾਸ਼ ਦੀ ਪੋਥੀ ਕੱਢੋ। ਆ ਹੁਣ ਜਿਹੜੀ ਸਾਡੇ ਲਈ ਲਲਕਾਰ ਹੋਈ ਆ ਨਾ, ਸਾਡੇ ਲਈ, ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਣ ਲੱਗਾ। ਪ੍ਰਕਾਸ਼ ਦੀ ਪੋਥੀ 6 ਅਧਿਆਇ ਦੀ 1 ਐਤ ਪੜੋ। ਜਾਂ ਲੇਲੇ ਨੇ ਉਹਨਾਂ 7 ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ। ਇੱਥੇ 7 ਮੋਹਰਾਂ ਨੇ। ਇਹਨਾਂ ਬਾਰੇ ਹੌਲੀ ਹੌਲੀ ਤੁਹਾਨੂੰ ਗਿਆਨ ਹੋਏਗਾ, ਮੈਂ ਤੁਹਾਨੂੰ ਸਮਝਾਵਾਂਗਾ ਸਾਰਾ। ਪਰ ਇਸ ਵਕਤ ਆਪਾਂ ਜਿਹੜੀ ਗੱਲ ਕਰਦੇ ਆ ਨਾ, ਉਠਾਏ ਜਾਣ ਬਾਰੇ ਕਰਦੇ ਆ। ਇੰਨਾ ਹੀ ਸਮਝਣਾ ਤੁਸੀਂ ਅਜੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਬਾਕੀ ਗੱਲਾਂ ਆਪਾਂ ਹੌਲੀ ਹੌਲੀ ਜਿੱਦਾਂ ਸਕੂਲ ਆਉਂਦੇ ਜਾਓਗੇ ਪ੍ਰਭੂ ਯਿਸੂ ਦੇ, ਤੁਸੀਂ ਸਿੱਖਦੇ ਜਾਓਗੇ। ਔਰ ਇੱਥੇ ਲਿਖਿਆ ਵੀ ਜਾਂ ਲੇਲੇ ਨੇ ਕਿੰਨਵੀਂ ਮੋਹਰ ਤੋੜੀ? ਪਹਿਲੀ ਮੋਹਰ ਤੋੜੀ। 7 ਦੇ ਵਿੱਚੋਂ ਪਹਿਲੀ ਮੋਹਰ ਤੋੜੀ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਕਿੰਨੇ ਤੋੜੀ? ਲੇਲੇ ਨੇ। ਕਿੰਨੇ ਤੋੜੀ? ਲੇਲੇ ਨੇ। ਤੇ ਲੇਲਾ ਕੌਣ ਆ? ਪ੍ਰਭੂ ਯਿਸੂ। ਯਿਸੂ ਮਸੀਹ। ਔਰ ਲੇਲੇ ਨੇ ਪਹਿਲੀ ਮੋਹਰ ਤੋੜੀ ਤੇ ਲਿਖਿਆ ਕਿ ਇਹ ਇੱਕ ਆਵਾਜ਼ ਆਈ। ਹਾਂਜੀ। ਤਾਂ ਮੈਂ ਡਿੱਠਾ ਹਾਂਜੀ। ਅਤੇ 4 ਜੰਤੂਆਂ ਵਿੱਚੋਂ ਇੱਕ ਨੂੰ ਬੱਦਲ ਦੀ ਗਰਜ ਜਿਹੀ ਆਵਾਜ਼ ਨਾਲ। ਇਹ 4 ਜੰਤੂ ਆ। ਜੰਤੂ ਦਾ ਮਤਲਬ ਹੁੰਦਾ ਜਾਨਵਰ। 4 ਜੰਤੂ ਆ, ਉਹਨਾਂ ਦੇ ਵਿੱਚੋਂ ਇੱਕ ਨੇ ਪੁਕਾਰਿਆ। ਹਾਂਜੀ। ਗਰਜ ਜਿਹੀ ਆਵਾਜ਼ ਨਾਲ ਗਰਜ ਜਿਹੀ ਆਵਾਜ਼। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਜਦੋਂ ਯਿਸੂ ਮਸੀਹ ਬੋਲਦਾ ਨਾ, ਹਮੇਸ਼ਾ ਇੰਜ ਲੱਗੇ ਵੀ ਜਿਸ ਤਰ੍ਹਾਂ ਗਰਜਣ ਡਿਆ ਕੋਈ ਬੱਦਲ, ਜਿਸ ਤਰ੍ਹਾਂ ਗਰਜਦੇ ਆ ਨਾ, ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਆ। ਲਿਖਿਆ ਬੱਦਲ ਤੇ ਗਰਜਣ ਜਿਹੀ ਆਵਾਜ਼ ਆਈ। ਇਹ ਆਖਦੇ ਸੁਣਿਆ ਭਈ ਆ ਜਾ। ਇਹ ਆਖਦੇ ਸੁਣਿਆ ਵੀ ਕੀ ਕਰ? ਆ ਜਾ। ਕਿੱਧਰ ਆ ਜਾ? ਉਤਾਂ ਆ ਜਾ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਆਪਣੀ ਦੁਲਹਨ ਨੂੰ, ਜਿਹੜੇ ਉਹਦੇ ਚੁਣੇ ਹੋਏ ਲੋਕ ਨੇ, ਜਿਹੜੇ ਉਹਦੇ ਹੁਕਮਾਂ ਦੇ ਨਾਲ ਚੱਲਦੇ ਨੇ,
ਉਹਨਾਂ ਨੂੰ ਆਖਿਆ ਇੱਧਰ ਉਤਾਂ ਆ ਜਾ। ਪਰ ਪਿਆਰੇ ਭੈਣੋ ਭਰਾਓ, ਸਭ ਤੋਂ ਪਹਿਲਾਂ ਅਸੀਂ ਨਹੀਂ ਜਾਵਾਂਗੇ ਜਿਹੜੇ ਮਰ ਗਏ ਨੇ, ਜਿਹੜੇ ਪ੍ਰਭੂ ਦੇ ਵਿੱਚ ਹੋ ਕੇ ਮਰ ਗਏ ਨੇ। ਹੁਣ ਮੈਂ ਤੁਹਾਨੂੰ ਉਹਨਾਂ ਬਾਰੇ ਤੇ ਦੱਸ ਦਿੱਤਾ ਜਿਹੜੇ ਪੁਰਾਣੇ ਮਰੇ ਸੀ, ਅਬਰਾਹਮ, ਏਲੀਆ, ਜੋ ਵੀ ਜਿੰਨੇ ਵੀ ਕੋਈ ਮਰੇ ਸੀ। ਉਹ ਜਦੋਂ ਯਿਸੂ ਮਸੀਹ ਆਵਾਜ਼ ਦਿੱਤੀ ਉਹਨੇ ਸਲੀਬ ਦੇ ਉੱਤੇ, ਉਦੋਂ ਉਹ ਜਿੰਦੇ ਹੋ ਗਏ। ਪਰ ਹੁਣ ਜਦੋਂ ਪ੍ਰਭੂ ਨੇ ਆਵਾਜ਼ ਦੇਣੀ ਆ, ਹੁਣ ਸਾਡੇ ਸਮੇਂ ਦੇ ਵਿੱਚ ਜਿਹੜੇ ਲੋਕ ਸੱਚਾ ਵਚਨ ਸੁਣਾਉਂਦੇ ਇਸ ਦੁਨੀਆ ਤੋਂ ਚਲੇ ਗਏ, ਉਹਨਾਂ ਨੇ ਜਿੰਦਾ ਹੋ ਜਾਣਾ ਆ ਤੇ ਪ੍ਰਭੂ ਦੇ ਨਾਲ ਹਵਾ ਦੇ ਵਿੱਚ ਉੱਡ ਜਾਣਾ ਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇਹ ਚਾਰ ਜੰਤੂ ਆ ਤੇ ਚੌਣੇ ਆਵਾਜ਼ਾਂ ਦਿੱਤੀਆਂ ਨੇ, ਠੀਕ ਆ। ਇਹਨੂੰ 1 ਤੋਂ ਲੈ ਕੇ ਤੇ ਤੁਸੀਂ 8 ਤੀਕਰ ਘਰ ਜਾ ਕੇ ਪੜ੍ਹ ਸਕਦੇ ਜੇ। ਹੁਣ ਨਹੀਂ ਪੜ੍ਹਨਾ, ਘਰ ਜਾ ਕੇ ਪੜ੍ਹ ਲਿਓ, ਉਤਰਾ ਲਿਖ ਲਓ। ਔਰ ਇਹ ਪੁਕਾਰ ਹੋਣੀ ਹੈ, ਔਰ ਇਹ ਪੁਕਾਰ ਜਿਹੜੀ ਆ ਸਾਡੇ ਲਈ ਹੋਣੀ ਆ। ਔਰ ਉੱਥੇ ਤੁਸੀਂ ਆਓ ਫਿਰ ਥਸਮਲੀਕੀ ਇਹਦੇ ਵਿੱਚ ਪਹਿਲਾ ਥਸਮਲੀਕੀਆਂ 4 ਅਧਿਆਏ ਉਹਦੇ 16 ਆਇਤ ਫਿਰ ਪੜੋ। ਹਾਂਜੀ ਹਾਂਜੀ ਪੜੋ ਬਈ। ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ। ਲਲਕਾਰ ਦਾ ਮਤਲਬ ਸਮਝ ਗਏ? ਹਾਂਜੀ ਸਮਝ ਗਏ ਪੂਰੀ ਤਰ੍ਹਾਂ? ਪਹਿਲੋਂ ਲਾਜ਼ਰ ਵਾਲੀ ਪ੍ਰਭੂ ਲਲਕਾਰਿਆ ਤੇ ਲਾਜ਼ਰ ਕੀ ਹੋਇਆ? ਕਬਰ ਚੋਂ ਬਾਹਰ ਆ ਗਿਆ। ਫਿਰ ਯਿਸੂ ਮਸੀਹ ਸਲੀਬ ਤੇ ਲਲਕਾਰਿਆ ਤੇ ਕਬਰਾਂ 'ਚ ਜਿਹੜੇ ਸੰਤ ਸੀ ਉਹ ਵੀ ਹੋ ਗਏ ਬਾਹਰ ਆ ਗਏ, ਬਾਹਰ ਆ ਗਏ, ਜਿੰਦਾ ਹੋ ਗਏ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਵੀ ਪ੍ਰਭੂ ਨੇ ਲਲਕਾਰਨਾ ਆ। ਹੁਣ ਉਹਨੇ ਪਤਾ ਕੀ ਕਹਿਣਾ? ਆ ਜਾ, ਇਸ ਤਰ੍ਹਾਂ ਕਹਿਣਾ। ਤੇ ਜਿਹੜੇ ਸੰਤ ਮਰੇ ਆ ਕਬਰਾਂ 'ਚ ਆ, ਉਹਨਾਂ ਨੇ ਕੀ ਹੋਣਾ? ਉਠਾਇਆ ਜਾਣਾ ਜਿੰਦਾ। ਪ੍ਰਭੂ ਨੇ ਹੋਰ ਕੋਈ ਸਿਰਕਪਾਈ ਕਰਨ ਦੀ ਨਹੀਂ ਲੋੜ। ਪ੍ਰਭੂ ਸਾਡੇ ਵਰਗੂ ਵਾਹ ਜਾ ਥੋੜੀ ਬੋਲਦਾ, ਉਹ ਉਹਨਾਂ ਬੋਲਦਾ ਜਿੰਨੀ ਉਹਨੂੰ ਜ਼ਰੂਰਤ ਆ। ਉਹਨੇ ਸਿਰਫ ਕਹਿਣਾ ਆ ਜਾ, ਤੇ ਜਿਹੜੇ ਕਬਰਾਂ 'ਚ ਆ ਉਹਨਾਂ ਨੇ ਉਠਾਇਆ ਜਾਣਾ, ਉਹਨਾਂ ਨੇ ਉੱਪਰ ਚੱਲ ਜਾਣਾ। ਔਰ ਅੱਗੇ ਪੜੋ ਕੀ ਲਿਖਿਆ? ਮਹਾਦੂਤ ਦੀ ਆਵਾਜ਼ ਦੂਜੀ ਨਾਲ ਗੱਲ ਪੇ ਕਿਹੜੀ ਪੜ ਰਹੇ ਆਪਾਂ? ਮਹਾਦੂਤ ਦੀ ਆਵਾਜ਼। ਮਹਾਦੂਤ ਦੀ ਆਵਾਜ਼। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਮਹਾਦੂਤ ਦਾ ਮਤਲਬ ਪਤਾ ਤੁਹਾਨੂੰ? ਮਹਾਦੂਤ ਦਾ ਮਤਲਬ ਹੁੰਦਾ ਜਿਹੜੇ ਸਾਰੇ ਦੂਤਾਂ ਦਾ ਪ੍ਰਧਾਨ ਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਸਭ ਤੋਂ ਵੱਡਾ ਦੂਤ, ਠੀਕ ਹੈ ਜੀ। ਇੱਥੇ ਕੀ ਲਿਖਿਆ ਗਿਆ? ਮਹਾਦੂਤ ਦੀ ਆਵਾਜ਼। ਉਦੋਂ ਲਲਕਾਰ ਵੀ ਹੋਣੀ ਆ, ਮਹਾਦੂਤ ਦੀ ਆਵਾਜ਼ ਵੀ ਹੋਣੀ ਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਮਹਾਦੂਤ ਦੀ ਆਵਾਜ਼ ਬਾਰੇ ਵੀ ਮੈਂ ਕੁਝ ਐਤਾਂ ਲਿਖੀਆਂ ਨੇ, ਤੁਸੀਂ ਇਹਨਾਂ ਨੂੰ ਨੋਟ ਕਰੋ। ਇਹ ਸਾਰੀਆਂ ਲਿਖਤਾਂ ਜਿਹੜੀਆਂ ਨਾ ਇਹ ਜ਼ਰੂਰੀ ਆ, ਇਹਨਾਂ ਨੂੰ ਆਪਾਂ ਸਿੱਖਣਾ ਹੈ ਖੁਦਾ ਦੇ ਵਚਨ ਨੂੰ। ਔਰ ਤੁਸੀਂ ਪੜੋ ਪ੍ਰਭੂ ਦੇ ਵਚਨ ਚੋਂ ਮਲਾਕੀ 4 ਅਧਿਆਏ ਉਹਦੀ 5 ਹੈ। ਇੱਥੇ ਇੱਕ ਮਹਾਦੂਤ ਦੇ ਬਾਰੇ ਇੱਥੇ ਵੀ ਗੱਲ ਕੀਤੀ ਹੈ। ਵੇਖੋ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ। ਹਾਂਜੀ, ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਅਤੇ ਭੈਦਾਇਕ ਦਿਨ ਆਵੇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਲਿਖਿਆ ਕਿ ਇਸ ਤੋਂ ਦੇਖੋ ਮੈਂ ਤੁਹਾਡੇ ਲਈ ਏਲੀਆ ਨਬੀ ਨੂੰ ਘੱਲਾਂਗਾ ਇਸ ਤੋਂ ਪਹਿਲਾਂ ਕਿ ਵੱਡਾ ਤੇ ਭੈਦਾਇਕ ਦਿਨ ਆਵੇ। ਜਦੋਂ ਨਾਸ਼ ਕਰਨ ਦਾ ਦਿਨ ਆਉਣਾ ਨਾ, ਉਦੋਂ ਪ੍ਰਭੂ ਨੇ ਪਹਿਲਾਂ ਕਿਹਨੂੰ ਘਲਾਉਣਾ ਵਾ? ਕੀ ਪੜਨ ਦੇ ਤੇ ਬੋਲਦੇ ਨੇ? ਕੀ ਪੜਨ ਦੇ ਤੇ? ਪਹਿਲਾਂ ਕਿਹਨੂੰ ਘਲਾਉਣਾ ਵਾ? ਏਲੀਆ ਨੂੰ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਪਹਿਲਾਂ ਏਲੀਆ ਨੂੰ ਘਲਾਉਣਾ ਆ। ਔਰ ਪਿਆਰੇ ਭੈਣੋ ਭਰਾਵੋ, ਏਲੀਆ ਹਰ ਵਾਰ ਉਸ ਸਮੇਂ ਤੇ ਆਇਆ ਜਦੋਂ ਪ੍ਰਭੂ ਦਾ ਵਚਨ ਸੱਚਾ ਵਚਨ ਹੋਇਆ। ਔਰ ਜਦੋਂ ਪ੍ਰਭੂ ਯਿਸੂ ਮਸੀਹ ਪੈਦਾ ਹੋਇਆ ਉਦੋਂ ਵੀ ਏਲੀਆ ਇਸ ਦੁਨੀਆ ਦੇ ਵਿੱਚ ਆਇਆ। ਔਰ ਵੇਖੋ ਜਦੋਂ ਯਿਸੂ ਮਸੀਹ ਦੇ ਸਮੇਂ ਵਿੱਚ ਏਲੀਆ ਸੀ, ਉਹ ਯਹੋਨਾ ਸੀ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਆਓ ਤੁਸੀਂ ਪੜ੍ਹ ਲਓ ਮਤੀ ਦੀ ਇੰਜੀਲ। ਆ ਬਾਹਰ ਲੈ ਜਾਓ ਭਰਾ। ਮਤੀ ਦੀ ਇੰਜੀਲ 17 ਦੇ ਉਹਦੀ 9 ਆਇਤ ਪੜੋ। ਜਾਂ ਪਹਾੜੋਂ ਉਤਰਦੇ ਸਨ ਹਾਂਜੀ, ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਕੀਤਾ ਹਾਂਜੀ, ਭਈ ਜਦ ਤੀਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਹਾਂਜੀ, ਇਸ ਦਰਸ਼ਨ ਦੀ ਗੱਲ ਕਿਸੇ ਨੂੰ ਨਾ ਦੱਸਿਓ। ਹਾਂਜੀ, ਤਦ ਉਹਦੇ ਚੇਲਿਆਂ ਨੇ ਉਹਨੂੰ ਪੁੱਛਿਆ, ਹਾਂਜੀ। ਤੇਰੇ ਗ੍ਰੰਥੀ ਕਿਉਂ ਆਖਦੇ ਹਨ ਉਹ ਆਂਦਾ, ਉਹ ਚੇਲਿਆਂ ਦੇ ਵੀ ਗ੍ਰੰਥੀ ਕਹਿੰਦੇ ਆ, ਹਾਂਜੀ, ਜੋ ਏਲੀਆ ਦਾ ਪਹਿਲਾਂ ਆਉਣਾ ਜ਼ਰੂਰੀ ਹੈ। ਏਲੀਆ ਦਾ ਪਹਿਲਾਂ ਆਉਣਾ ਕੀ ਆ? ਜ਼ਰੂਰੀ ਹੈ। ਕਿਉਂਕਿ ਪਿਆਰੇ ਭੈਣੋ ਭਰਾਓ, ਉਦੋਂ ਆ ਮਤੀ ਦੀ ਇੰਜੀਲ ਇਹ ਨਵਾਂ ਨੇਮ ਨਹੀਂ ਸੀ ਬਣਿਆ, ਉਦੋਂ ਪੁਰਾਣਾ ਨੇਮ ਸੀ। ਤੇ ਉਹਨਾਂ ਨੇ ਮਲਾਕੀ ਦੀ ਕਿਤਾਬ ਪੜ੍ਹੀ ਸੀ ਕਿ ਏਲੀਆ ਨਬੀ ਦਾ ਆਉਣਾ ਪਹਿਲਾਂ ਜ਼ਰੂਰੀ ਆ। ਹਾਂਜੀ, ਤੇ ਪ੍ਰਭੂ ਯਿਸੂ ਨੇ ਵੇਖੋ ਉਹਨਾਂ ਨੂੰ ਕੀ ਕਿਹਾ।
ਪੜੋ। ਉਸ ਨੇ ਉੱਤਰ ਦਿੱਤਾ, ਜੋ ਏਲੀਆ ਠੀਕ ਆਉਂਦਾ ਹੈ ਯਿਸੂ ਨੇ ਆਖਿਆ ਵੀ ਏਲੀਆ ਠੀਕ ਆ, ਏਲੀਆ ਆਉਂਦਾ ਆ ਅਤੇ ਸਭ ਕੁਝ ਬਹਾਲ ਸਭ ਕਰੇਗਾ। ਕੁਝ ਕੀ ਕਰੇਗਾ? ਬਹਾਲ ਕਰੇਗਾ। ਯਾਨੀ ਕਿ ਠੀਕ ਠਾਕ ਕਰੇਗਾ ਸਾਰਾ ਕੁਝ। ਜਿਸ ਤਰ੍ਹਾਂ ਕਿ ਹੁਣ ਸਾਰਾ ਕੁਝ ਠੀਕ ਠਾਕ ਕੀਤਾ ਜਾ ਰਿਹਾ ਹੈ ਖੁਦਾ ਦੇ ਵਚਨ ਦੇ ਨਾਲ। ਹਾਂਜੀ ਪਰ ਮੈਂ ਤੁਹਾਨੂੰ ਆਖਦਾ ਹਾਂ, ਹਾਂਜੀ। ਭਾਈ ਏਲੀਆ ਤਾਂ ਆ ਚੁੱਕਿਆ। ਏਲੀਆ ਕੀ ਆ ਬਈ? ਆ ਚੁੱਕਿਆ। ਉਸ ਟਾਈਮ ਉੱਤੇ ਵੀ ਏਲੀਆ ਆ ਗਿਆ ਸੀ, ਪਰ ਉੱਥੋਂ ਦੇ ਲੋਕਾਂ ਨੇ ਪਹਿਚਾਨਿਆ ਨਹੀਂ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਔਰ ਉਹ ਯਹੂਨਾ ਨਬੀ ਸੀ, ਉਹ ਯਹੂਨਾ ਦੇ ਰੂਪ ਦੇ ਵਿੱਚ ਆਇਆ ਸੀ। ਉਸ ਵਕਤ ਲੋਕਾਂ ਨੇ ਪਹਿਚਾਨਿਆ ਨਹੀਂ ਔਰ ਉਹਦੀ ਧੌਣ ਵਢਵਾ ਦਿੱਤੀ, ਉਹਦੇ ਬਚਨਾਂ ਦਾ ਵਿਸ਼ਵਾਸ ਨਹੀਂ ਕੀਤਾ। ਔਰ ਲਿਖਿਆ ਵੀ ਏਲੀਆ ਨਬੀ ਆ ਚੁੱਕਾ ਅੱਗੇ। ਅਤੇ ਉਹਨਾਂ ਨੇ ਉਹਨੂੰ ਨਾ ਪਛਾਣਿਆ। ਹਾਂਜੀ ਪਰ ਜੋ ਕੁਝ ਉਹਨਾਂ ਨੇ ਚਾਹਿਆ ਸੋ ਉਹਦੇ ਨਾਲ ਕੀਤਾ। ਜੋ ਕੁਝ ਚਾਹਿਆ ਉਹਦੇ ਨਾਲ ਕੀਤਾ। ਉਹਦੀ ਧੌਣ ਵਢਾਤੀ, ਉਹਨੂੰ ਜੇਲ੍ਹ 'ਚ ਬੰਦ ਕਰਤਾ। ਹਾਂਜੀ ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਦੁੱਖ ਪਾਏਗਾ। ਇਸੇ ਤਰ੍ਹਾਂ ਪ੍ਰਭੂ ਯਿਸੂ ਨੇ ਆਖਿਆ ਕਿ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਕੀ ਕਰੇਗਾ? ਦੁੱਖ ਪਾਵੇਗਾ। ਹਾਲੇਲੂਇਆ। ਹਾਲੇਲੂਇਆ। ਯਿਸੂ ਮਸੀਹ ਨੂੰ ਪਹਿਚਾਨਿਆ ਹੈ ਉਹਨਾਂ ਨੇ। ਜੇ ਯਿਸੂ ਨੂੰ ਪਹਿਚਾਨਦੇ ਤਾਂ ਸਲੀਬ ਤੇ ਨਾ ਚਾੜਦੇ। ਜਦੋਂ ਯਿਸੂ ਪੈਦਾ ਹੋਇਆ ਉਹ ਕਿਹਨੂੰ ਡੀਕਣ ਦੇ? ਉਹ ਮਸੀਹ ਨੂੰ ਡੀਕਣ ਦੇ। ਸਾਡੇ ਇੱਕ ਮਸੀਹ ਪੈਦਾ ਹੋਣਾ ਆ ਜਿਹੜਾ ਸਾਨੂੰ ਆਜ਼ਾਦ ਕਰਾਊਗਾ, ਹੈਨਾ। ਉਸ ਵਕਤ ਦੇ ਲੋਕ ਜਿਹੜੇ ਨਾ ਰੋਮ ਦੇ ਗੁਲਾਮ ਸੀ। ਕਹਿੰਦੇ ਗੁਲਾਮ ਸੀ ਰੋਮ ਦੇ। ਉਹ ਸੋਚਦੇ ਵੀ ਜਿਸ ਤਰ੍ਹਾਂ ਧਰਤੀ ਦੇ ਰਾਜੇ ਪੈਦਾ ਹੁੰਦੇ ਨਾ, ਇਸ ਤਰ੍ਹਾਂ ਕੋਈ ਰਾਜਾ ਪੈਦਾ ਹੋਊਗਾ, ਘੋੜੇ ਤੇ ਆਊਗਾ, ਬੜੀ ਫੌਜ ਹੋਊਗੀ ਤੇ ਰੋਮ ਸਰਕਾਰ ਨੂੰ ਵੱਢ ਵੁੱਢ ਦਊਗਾ। ਹਾਂਜੀ ਤੇ ਆਪਾਂ ਰਾਜ ਕਰਾਂਗੇ ਧਰਤੀ ਤੇ, ਹੈਨਾ। ਉਹ ਧਰਤੀ ਦਾ ਰਾਜਾ ਸੋਚ ਕੇ ਬੈਠੇ ਸੀ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਵਰਗ ਦਾ ਰਾਜਾ ਪੈਦਾ ਹੋਣ ਵਾਲਾ ਹੈ। ਹਾਲੇਲੂਇਆ। ਅੱਜ ਵੀ ਜਿਹੜੇ ਯਹੂਦੀ ਲੋਕ ਆ ਉਹ ਥੋੜੀ ਯਿਸੂ ਮਸੀਹ ਨੂੰ ਮੰਨਦੇ ਆ। ਉਹ ਅਜੇ ਵੀ ਇਹੋ ਸੋਚਦੇ ਆ ਕਿ ਸ਼ਾਇਦ ਧਰਤੀ ਦਾ ਕੋਈ ਰਾਜਾ ਪੈਦਾ ਹੋਊਗਾ। ਇੱਕ ਪੈਦਾ ਹੋਣ ਵੀ ਜਾ ਰਿਹਾ, ਐਂਟੀ ਕ੍ਰਾਈਸਟ ਉਹਨੂੰ ਕਹਿੰਦੇ ਆ। ਉਹਦਾ ਰਾਜ ਸਾਰੀ ਦੁਨੀਆ 'ਚ ਹੋਏਗਾ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਬਾਈਬਲ ਇਹਨਾਂ ਗੱਲਾਂ ਨੂੰ ਬਿਆਨ ਕਰਦੀ। ਇਹ ਸਾਰਾ ਕੁਝ ਤੁਸੀਂ ਹੌਲੀ ਹੌਲੀ ਸਿੱਖੋਗੇ। ਔਰ ਲਿਖਿਆ ਕਿ ਉਸ ਸਮੇਂ ਦੇ ਲੋਕਾਂ ਨੇ ਯਿਸੂ ਮਸੀਹ ਨੂੰ ਨਹੀਂ ਪਹਿਚਾਨਿਆ ਔਰ ਪ੍ਰਭੂ ਯਿਸੂ ਮਸੀਹ ਨੂੰ ਵੀ ਸਲੀਬ ਤੇ ਟੰਗਤਾ। ਅੱਗੇ ਕੀ ਲਿਖਿਆ? ਤਦ ਚੇਲਿਆਂ ਨੇ ਸਮਝਿਆ ਜੋ ਉਹਦੇ ਨਾਲ ਸਾਡੇ ਨਾਲ ਹੀ ਉਹਨਾਂ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ। ਲਓ ਵੀ ਚੇਲੇ ਸਮਝ ਗਏ ਆ। ਚੇਲਿਆਂ ਨੂੰ ਪਤਾ ਲੱਗ ਗਿਆ ਕਿ ਯਿਸੂ ਮਸੀਹ ਕਾਹਦੀ ਗੱਲ ਕਰ ਰਿਹਾ ਵਾ? ਯਹੂਨਾ ਬਪਤਿਸਮਾ ਦੇਣ ਵਾਲੇ ਦੀ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਜਿਹੜੇ ਚੁਣੇ ਹੋਏ ਲੋਕ ਨੇ ਉਹਨਾਂ ਨੂੰ ਸਮਝ ਲੱਗੇਗੀ। ਚੁਣੇ ਹੋਏ ਲੋਕਾਂ ਨੂੰ ਕੀ ਹੋਏਗੀ? ਸਮਝ ਲੱਗੇਗੀ। ਜਿਸ ਤਰ੍ਹਾਂ ਉਹ ਯਿਸੂ ਮਸੀਹ ਦੇ ਬਹੁਤ ਸਾਰੇ 82 ਚੇਲੇ ਸੀ, 70 ਜਿਹੜੇ ਭੱਜ ਗਏ ਉਹਨਾਂ ਨੂੰ ਸਮਝ ਨਹੀਂ ਲੱਗੀ। ਉਹ ਆਂਦੇ ਇਹ ਗੱਲਾਂ ਨੇ ਬੜੀਆਂ ਔਖੀਆਂ, ਆਪਾਂ ਕਿੱਦਾਂ ਕਰ ਸਕਦੇ ਹਾਂ, ਹੈ ਨਾ। ਪਰ ਯਿਸੂ ਮਸੀਹ ਨੇ 12 ਨੂੰ ਆਖਿਆ ਤੁਸੀਂ ਵੀ ਜਾਣਾ ਚਾਹੁੰਦੇ ਜੇ? ਉਹ ਆਂਦੇ ਨਹੀਂ ਪ੍ਰਭੂ ਜੀ, ਜੀਵਨ ਦੀਆਂ ਗੱਲਾਂ ਤੇ ਤੇਰੇ ਕੋਲ ਆ, ਅਸੀਂ ਕਿਹੜੇ ਕੋਲ ਜਾਈਏ? ਜਿਨ੍ਹਾਂ ਨੂੰ ਖੁਦਾ ਦੇ ਵਚਨ ਦੀ ਸਮਝ ਲੱਗ ਜਾਂਦੀ ਹੈ ਨਾ, ਉਹ ਕਦੀ ਜਾਂਦੇ ਨਹੀਂ। ਸਾਰੇ ਬੋਲੋ ਹਾਲੇਲੂਇਆ। ਦੇਖੋ ਪਿਆਰੇ ਭੈਣੋ ਭਰਾਓ, ਚੁਣੇ ਹੋਇਆਂ ਵਿੱਚ ਤੇ ਦੂਜਿਆਂ ਵਿੱਚ ਬੜਾ ਫਰਕ ਜੇ। ਜਿਹੜੇ ਦੂਜੇ ਲੋਕ ਆ ਨਾ, ਹੋ ਸਕਦਾ ਉਹ 70 ਲੋਕ ਆਂਦੇ ਉਹਨਾਂ ਦਾ ਵੱਡਾ ਬਣਿਆ ਫਿਰਦਾ ਤੂੰ ਆਪਣੇ ਆਪ ਦੇ ਵਿੱਚ, ਹੈ ਇੱਥੇ ਇਕੱਲਾ ਹੀ ਸੁਣਾ ਵਚਨ, ਆਈ ਨਹੀਂ ਤੇਰਾ ਵਚਨ ਸੁਣਦੇ। ਉਹਦੇ ਮੂੰਹ ਦੇ ਉੱਤੇ ਸੰਗਤਾਂ ਦੇ ਵਿੱਚ ਉਹਦੀ ਬੇਇੱਜ਼ਤੀ ਕਰਕੇ ਚਲੇ ਗਏ ਹੁਣ, ਹੈ ਨਾ। ਪਰ ਆ ਜਿਹੜੇ 12 ਆ ਇਹ ਬੜੇ ਸਮਝਦਾਰ ਆ। 12 ਕੀ ਆ? ਇਹ ਅਲੱਗ ਪ੍ਰਭੂ ਨੂੰ ਆਂਦੇ, ਪ੍ਰਭੂ ਜੀ ਅਸੀਂ ਮਿਰਗੀ ਵਾਲੇ ਨੂੰ ਕਿਉਂ ਨਹੀਂ ਚੰਗਾ ਕਰ ਸਕੇ? ਸਾਰੇ ਬੋਲੋ ਹਾਲੇਲੂਇਆ। ਅਲੱਗ ਨਰਾਲੇ 'ਚ ਪੁੱਛਣ ਦੇ। ਹਾਂਜੀ ਇਹ ਸਮਝਦਾਰ ਆ। ਕਈ ਸੰਗਤਾਂ ਸਮਝਦਾਰ ਨਹੀਂ ਹੁੰਦੀਆਂ, ਉਹ ਪਾਸਟਰ ਦੀ ਬੇਇੱਜ਼ਤੀ ਕਰਕੇ ਜਾਂਦੀਆਂ ਨੇ। ਆ ਮੈਂ ਇੱਕ ਪਾਸਟਰ ਵੇਖਿਆ, ਨਵਾਂ ਹੀ ਉੱਠਿਆ। ਹਾਂਜੀ ਉਹ ਆਪਣੇ ਗੁਰੂ ਦੀ ਇੰਨੀ ਛਿੱਲ ਲਾਉਣ ਡਿਆ, ਜਦੋਂ ਮੈਂ ਉਹਦਾ ਸੁਣੀ ਨਾ ਸਾਰੀ ਗੱਲਬਾਤ, ਮੇਰੇ ਮੂੰਹ ਦੇ ਇੱਕੋ ਗੱਲ ਨਿਕਲੀ ਵੀ ਨੱਕ ਡੋਬ ਕੇ ਤੂੰ ਮਰ ਜਾ। ਜਿੰਨੇ ਤੈਨੂੰ ਤੋਬਾ ਕਰਾਈ, ਬਪਤਿਸਮਾ ਦਿੱਤਾ, ਤੈਨੂੰ ਚੱਲਣਾ ਸਿਖਾਇਆ, ਤੈਨੂੰ ਸਵਰਗ ਦਾ ਰਾਹ ਵਿਖਾਇਆ, ਤੇ ਤੂੰ ਅੱਜ ਉਹਦੀ ਦਾੜੀ ਹੱਥ ਪਾਉਣ ਡਿਆ। ਸਾਰੇ ਬੋਲੋ ਹਾਲੇਲੂਇਆ। ਬੜਾ ਮੈਨੂੰ ਦੁੱਖ ਹੋਇਆ ਆਪਣੇ ਗੁਰੂ ਦੇ ਖਿਲਾਫ ਉੱਠਿਆ ਨੂੰ। ਹਾਂਜੀ ਪਰ ਕੋਈ ਗੱਲ ਨਹੀਂ ਪਿਆਰੇ ਭੈਣੋ ਭਰਾਓ, ਜਿਹੋ ਜਿਹਾ ਕੋਈ ਬੀਜੇਗਾ ਉਹੋ ਜਿਹਾ ਵੱਢੇਗਾ। ਨਿਆਂ ਕਰਨ ਵਾਲਾ ਪਰਮੇਸ਼ਵਰ ਹੈ, ਉਹ ਨਿਆਂ ਕਰਦਾ। ਇਸ ਲਈ ਸਾਨੂੰ ਉਹਦੇ ਵਚਨ ਦੇ ਨਾਲ ਚੱਲਣਾ ਜ਼ਰੂਰੀ ਹੈ। ਲਿਖਿਆ ਵੀ ਏਲੀਆ ਨਬੀ ਨੂੰ ਕਲਾਵਾਂਗਾ। ਏਲੀਆ ਨਬੀ ਨੂੰ ਪ੍ਰਭੂ ਨੇ ਉਦੋਂ ਵੀ ਕਲਾਇਆ ਜਦੋਂ ਯਿਸੂ ਇਸ ਦੁਨੀਆ ਦੇ ਵਿੱਚ ਆਇਆ, ਤੇ ਯਿਸੂ ਨੇ ਹੁਣ ਵੀ ਆਉਣਾ ਆ। ਪਹਿਲਾਂ ਉਹਨੇ ਕਿਹਨੂੰ ਕਲਾਉਣਾ? ਏਲੀਆ ਨੂੰ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਤੇ ਹੁਣ ਵੀ ਏਲੀਆ ਆ ਚੁੱਕਾ ਹੈ। ਬਹੁਤ ਸਾਰੇ ਲੋਕਾਂ ਨੇ ਨਹੀਂ ਪਹਿਚਾਨਿਆ।
ਬਹੁਤ ਸਾਰੇ ਲੋਕਾਂ ਨੇ ਪਹਿਚਾਨ ਲਿਆ। ਔਰ ਮੈਂ ਤੁਹਾਡੇ ਤੋਂ ਕੋਈ ਸਚਾਈ ਨਹੀਂ ਲਗਾਉਣਾ ਚਾਹੁੰਦਾ, ਮੈਂ ਦੱਸਣਾ ਚਾਹੁੰਦਾ ਵਾਂ। ਤੁਸੀਂ ਪਹਿਲਾਂ ਪੜੋ ਪ੍ਰਕਾਸ਼ ਦੀ ਪੋਥੀ ਦੱਸਦੇ ਆਏ, ਪ੍ਰਕਾਸ਼ ਦੀ ਪੋਥੀ ਦੱਸਦੇ ਆਏ, ਉਹਦੀ 7 ਐਤ ਪੜੋ। ਸਗੋਂ ਸਤਵੇਂ ਦੂਤ ਦੀ ਆਵਾਜ਼ ਦੇ ਦਿਨੀ ਲਓ ਵੀ ਆ ਮਹਾਨ ਦੂਤ ਆ, ਜਿਹੜਾ 7ਵਾਂ ਦੂਤ ਆ, ਜਿਹਨੇ 7ਵੀਂ ਤੁਰੀ ਵਜਾਈ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਹਾਂਜੀ ਪੜੋ। ਜਾਂ ਉਹ ਤੁਰੀ ਵਜਾਵੇਗਾ ਹਾਂਜੀ। ਤਾਂ ਪਰਮੇਸ਼ਰ ਦਾ ਭੇਤ ਸੰਪੂਰਨ ਹੋਵੇਗਾ। ਲਓ ਵੀ ਲਿਖਿਆ ਜਾਂ ਉਹ ਤੁਰੀ ਵਜਾਵੇਗਾ ਤੇ ਪਰਮੇਸ਼ਰ ਦਾ ਭੇਤ ਕੀ ਹੋਵੇਗਾ? ਸੰਪੂਰਨ ਹੋਵੇਗਾ। ਸੰਪੂਰਨ ਹੋਵੇਗਾ। ਅੱਗੇ ਜਿਵੇਂ ਉਹਨੇ ਆਪਣੇ ਦਾਸਾਂ ਨੂੰ ਹਾਂਜੀ। ਅਰਥਾਤ ਨਬੀਆਂ ਨੂੰ ਇਹਦੀ ਖੁਸ਼ਖਬਰੀ ਦਿੱਤੀ ਸੀ। ਜਿਸ ਤਰ੍ਹਾਂ ਪ੍ਰਭੂ ਨੇ ਖੁਸ਼ਖਬਰੀ ਦਿੱਤੀ ਕਿ ਜਦੋਂ ਮੇਰੇ ਆਉਣ ਤੋਂ ਪਹਿਲਾਂ ਇੱਕ ਮਹਾਦੂਤ ਦੀ ਆਵਾਜ਼ ਆਏਗੀ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਮਹਾਦੂਤ ਦੀ ਆਵਾਜ਼ ਕਿਹੜੀ? ਹੁਣ ਸਾਰੇ ਹੀ ਆਂਦੇ ਆਪਾਂ ਨਬੀ ਆ, ਹੈ ਨਾ? ਸਾਰੇ ਹੀ ਆਂਦੇ ਆਪਾਂ ਕੀ ਆ? ਨਬੀ। ਹੁਣ ਨਬੀ ਦੇ ਤੇ ਕੁਝ ਫਲ ਹੁੰਦੇ ਨਾ, ਆਪਾਂ ਨੇ ਉਹਨੂੰ ਫਲਾਂ ਤੋਂ ਪਹਿਚਾਨਣਾ। ਇੱਥੇ ਤੇ ਬਲਜਿੰਦਰ ਸਿੰਘ ਵੀ ਆਂਦਾ ਮੈਂ ਵੀ ਨਬੀ ਆ, ਸਾਰੇ ਪ੍ਰੋਫਿਟ ਆਂਦੇ ਅਸੀਂ ਪ੍ਰੋਫਿਟ ਆ। ਪਰ ਇੱਕ ਸਮੇਂ ਦੇ ਵਿੱਚ ਇੱਕ ਨਬੀ ਪੈਦਾ ਹੁੰਦਾ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਬਾਈਬਲ ਬਿਆਨ ਕਰਦੀ ਆ ਇੱਕ ਸਮੇਂ ਦੇ ਵਿੱਚ ਇੱਕ ਨਬੀ ਪੈਦਾ ਹੁੰਦਾ ਆ। ਠੀਕ ਹੈ ਜੀ। ਸੱਚਾ ਨਬੀ ਇੱਕ ਪੈਦਾ ਹੁੰਦਾ, ਝੂਠੇ ਭਾਵੇਂ ਜਿੰਨੇ ਮਰਜ਼ੀ ਪੈਦਾ ਹੋ ਜਾਣ। ਜਦੋਂ ਏਲੀਆ ਸੀ ਨਾ, ਉਦੋਂ ਵੀ ਝੂਠੇ ਨਬੀ ਬੜੇ ਸੀ, ਪਰ ਸੱਚਾ ਨਬੀ ਏਲੀਆ ਹੀ ਇਕੱਲਾ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਸੱਚਾ ਨਬੀ ਇੱਕੋ ਹੀ ਪੈਦਾ ਹੁੰਦਾ ਆ। ਔਰ ਆਪਾਂ ਕਿੱਦਾਂ ਪਹਿਚਾਨ ਸਕਦੇ ਆ? ਮਤੀ ਦੀ ਇੰਜੀਲ 7 ਅਧਿਆਇ ਕੱਢੋ। ਮਤੀ ਦੀ ਇੰਜੀਲ 7 ਅਧਿਆਇ ਔਰ ਇਸ ਦੀ ਤੁਸੀਂ 15 ਐਤ ਪੜੋ। ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ। ਝੂਠੇ ਨਬੀਆਂ ਤੋਂ ਕੀ ਰਹੋ ਬਈ? ਹੁਸ਼ਿਆਰ ਰਹੋ। ਉਹ ਤੁਹਾਨੂੰ ਆ ਵੀ ਕਹਿ ਸਕਦੇ ਵੀ ਤੇਲ ਦੀ ਸ਼ੀਸ਼ੀ 200 ਦੀ ਵਿਕਦੀ ਆ, ਇੱਕ ਸਾਬਣ ਵਿਕਦਾ ਆ, ਹਾਂਜੀ ਤੇਲ ਵੀ ਵਿਕਦਾ ਆ, ਆਓ ਫੋੜੇ ਚਮੜੀਆਂ ਠੀਕ ਕਰਾ ਲਓ, ਉਹ ਬੜਾ ਕੁਝ ਕਹਿ ਸਕਦੇ ਆ। ਪਰ ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ। ਅੱਗੇ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਕਿੱਦਾਂ ਆਉਂਦੇ ਨੇ ਤੁਹਾਡੇ ਕੋਲ? ਭੇਡਾਂ ਦੇ ਭੇਸ। ਭੇਡ ਬਣ ਕੇ ਆਉਂਦੇ ਆ, ਸੰਤ ਬਣ ਕੇ ਆਉਂਦੇ ਆ, ਹੈ ਭੇਡਾਂ ਦੇ ਭੇਸ ਚ ਆਉਂਦੇ ਆ। ਅੱਗੇ ਪਰ ਅੰਦਰੋਂ ਪਾੜਨ ਵਾਲੇ ਬਘਿਆੜ ਹਨ। ਅੰਦਰੋਂ ਹੋ ਗਈ ਆ ਪਾੜਨ ਵਾਲੇ ਹੁਣ ਇਹ ਉਹਨਾਂ ਨੇ ਥੋੜੀ ਤੁਹਾਨੂੰ ਦੱਸਣਾ ਵੀ ਆਪਾਂ ਝੂਠੇ ਨਬੀ। ਤੁਹਾਡੇ ਤੋਂ ਤੇ ਕਮਾਈ ਆਉਂਦੀ ਉਹਨਾਂ ਨੂੰ। ਕੋਈ ਆਪਣੀ ਕਮਾਈ ਬੰਦ ਕਰਦਾ ਨਹੀਂ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਨਾ ਤੇ ਉਹਨਾਂ ਨੇ ਤੁਹਾਨੂੰ ਸੱਚਾਈ ਦੱਸਣੀ ਆ ਤੇ ਨਾ ਉਹਨਾਂ ਨੇ ਕਹਿਣਾ ਵੀ ਆਪਾਂ ਝੂਠੇ ਨਬੀ ਆ। ਪਰ ਇਹ ਸਾਨੂੰ ਹੁਸ਼ਿਆਰ ਰਹਿਣਾ ਚਾਹੀਦਾ, ਇਹ ਸਾਨੂੰ ਪਰਖ ਕਰਨੀ ਪੈਣੀ ਹੈ। ਹਾਂਜੀ। ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਕਿੱਦਾਂ ਪਹਿਚਾਣੋਗੇ? ਉਹਨਾਂ ਦੇ ਫਲਾਂ ਤੋਂ। ਫਲਾਂ ਤੋਂ ਪਹਿਚਾਣੋਗੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਉਹਨਾਂ ਦੇ ਕੰਮ ਦੱਸਣਗੇ ਵੀ ਉਹ ਝੂਠੇ ਨਬੀ ਆ ਜਾਂ ਸੱਚੇ ਨਬੀ ਆ। ਇਸ ਲਈ ਪਿਆਰੇ ਭੈਣੋ ਭਰਾ, ਉਹਨਾਂ ਦੇ ਕੰਮ ਵੇਖੋ। ਕੀ ਉਹ ਤੇਲ ਨਹੀਂ ਵੇਚਦੇ? ਕੀ ਕੱਪਾਂ ਦੇ ਉੱਤੇ ਉਹਨਾਂ ਨੇ ਆਪਣੀਆਂ ਫੋਟੋਆਂ ਨਹੀਂ ਬਣਵਾਈਆਂ? ਟਾਈਮ ਪੀਸ ਜਿਹੜਾ ਉਹਦੇ ਵਿੱਚ ਵੀ ਉਹਨਾਂ ਨੇ ਆਪਣੀ ਫੋਟੋ ਨਹੀਂ ਪਵਾਈ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਇੱਥੋਂ ਪਤਾ ਲੱਗ ਜਾਂਦਾ ਵੀ ਉਹ ਝੂਠੇ ਨਬੀ। ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਹਿਚਾਣੋਗੇ। ਹੁਸ਼ਿਆਰ ਰਹਿਣਾ ਹੈ। ਵੇਖੋ ਇੱਕ ਹੋਰ ਐਤ ਪੜੋ, ਜਿਰਮੀਆਂ ਦੀ ਕਿਤਾਬ, ਯਸ਼ਾਇਆ ਦੀ ਕਿਤਾਬ, ਯਸ਼ਾਇਆ। ਬਸ ਆਪਾਂ ਛੇਤੀ ਖਤਮ ਕਰ ਦਾਂਗੇ। ਸਾਰੇ ਪੜ੍ਹ ਇਹ ਸਿੱਧਾ ਉਹਦਾ ਸਪਿੰਜਾ ਲਿਆਏ ਉਹਦੇ ਦੱਸ ਹੈ। ਉਹਦੇ ਰਾਖੇ ਅੰਨੇ ਹਨ। ਉਹਦੇ ਰਾਖੇ ਅੰਨੇ ਨੇ, ਉਹ ਸਾਰੇ ਬੇਸਮਝ ਹਨ। ਉਹ ਬੇਸਮਝ ਨੇ, ਉਹ ਸਾਰੇ ਗੁੰਗੇ ਕੁੱਤੇ ਹਨ। ਉਹ ਕੀ ਨੇ? ਗੁੰਗੇ ਕੁੱਤੇ। ਗੂੰਗੇ ਕੁੱਤੇ ਉਹਨਾਂ ਨੂੰ ਕਿਉਂ ਕਿਹਾ ਗਿਆ? ਕਿਉਂਕਿ ਸੰਗਤਾਂ ਦੇ ਵਿੱਚ ਜਿੱਦਾਂ ਮਰਜ਼ੀ ਕੋਈ ਆਉਂਦਾ, ਬੁਰਾਈ ਕਰਕੇ ਆਉਂਦਾ, ਪਾਪ ਕਰਕੇ ਆਉਂਦਾ, ਉਹਨੂੰ ਉਹ ਦੱਸਦੇ ਨਹੀਂ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਜੇ ਕੋਈ ਮਿਸ਼ਨਾਂ ਵਾਲਾ ਆਉਂਦਾ, ਉਹਨੂੰ ਨਹੀਂ ਦੱਸਦੇ ਵੀ ਤੇਰੇ 'ਚ ਆਹ ਕਮੀ ਹੋ। ਇਸ ਕਰਕੇ ਪ੍ਰਭੂ ਆਂਦਾ ਤੁਸੀਂ ਗੂੰਗੇ ਕੁੱਤੇ ਜੀ। ਪ੍ਰਭੂ ਕੀ ਆਂਦਾ? ਤੁਸੀਂ ਗੁੰਗੇ ਕੁੱਤੇ। ਜਿਹੜਾ ਕਿਸੇ ਦੀ ਬੁਰਾਈ ਨਹੀਂ ਦੱਸਦਾ, ਜਿਹੜਾ ਕਿਸੇ ਨੂੰ ਨਰਕ ਤੋਂ ਨਹੀਂ ਬਚਾਉਂਦਾ। ਮੰਨ ਲਓ ਤੁਹਾਡਾ ਕੋਈ ਭੈਣ ਭਰਾ ਇੱਕ ਇਹੋ ਜਿਹੀ ਬੇੜੀ 'ਚ ਬੈਠਾ ਹੈ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਕਿਹੜਾ ਹੈ ਬਾਤ?
ਕੋਈ ਵੀ ਤੁਹਾਡਾ ਕੋਈ ਭੈਣ ਭਰਾ ਜਿਹੜਾ ਇੱਕ ਇਹੋ ਜਿਹੀ ਬੇੜੀ ਦੇ ਵਿੱਚ ਬੈਠਾ ਜਿਹਦੇ ਵਿੱਚ ਛੇਕ ਹੋਵੇ, ਉਹ ਬੇੜੀ 'ਚ ਜਾਣ ਡਿਆ, ਤੁਹਾਨੂੰ ਪਤਾ ਵੀ ਬੇੜੀ ਦੇ ਵਿੱਚ ਛੇਕ ਆ, ਤੇ ਤੁਸੀਂ ਕਿੰਨਾ ਕੁ ਰੌਲਾ ਪਾ ਕੇ ਦੱਸੋਗੇ ਉਹਨੂੰ? ਤੁਹਾਡਾ ਭੈਣ ਭਰਾ ਕਿਤੇ ਡੁੱਬਣਾ ਜਾਵੇ, ਕਿੰਨਾ ਕੁ ਰੌਲਾ ਪਾਓਗੇ? ਬਹੁਤ ਜ਼ਿਆਦਾ। ਬਹੁਤ ਰੌਲਾ ਪਾਓਗੇ। ਉਹ ਭਰਾ ਇਹ ਬੇੜੀ ਚੋਂ ਬਾਹਰ ਆ ਜਾ, ਵੇਖੀ ਕਿਤੇ ਡੁੱਬਣਾ ਜਾਏ, ਇਹਦੇ ਵਿੱਚ ਛੇਕ ਹੀ ਹੈ, ਬੜਾ ਰੌਲਾ ਪਾਓਗੇ। ਤੁਸੀਂ ਕਿਉਂ ਰੌਲਾ ਪਾਓਗੇ ਭਲਾ? ਕਿਉਂਕਿ ਤੁਸੀਂ ਉਹਨੂੰ ਪਿਆਰ ਕਰਦੇ ਜੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਜੇ, ਇਸ ਲਈ ਤੁਸੀਂ ਰੌਲਾ ਪਾਓਗੇ। ਅੱਜ ਮੈਂ ਵੀ ਕਿਉਂ ਰੌਲਾ ਪਾਵਾਂ? ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਨਰਕ ਦੇ ਵਿੱਚ ਜਾਵੇ। ਮੈਂ ਚਾਹੁੰਦਾ ਹਰ ਕੋਈ ਬੰਦਾ ਸਵਰਗ ਦੇ ਲਈ ਜਾਵੇ, ਸਵਰਗ ਦੇ ਲਈ ਤਿਆਰ ਹੋਵੇ। ਪਾਸਟਰ ਦਾ ਫਰਜ਼ ਬਣਦਾ ਹੈ ਕਿ ਜੇ ਸੰਗਤ ਦੇ ਵਿੱਚ ਕੋਈ ਗਲਤ ਹੈ ਉਹਨੂੰ ਸਹੀ ਦੱਸੇ, ਤੇ ਜੇ ਪਾਸਟਰ ਨਹੀਂ ਨਾ ਦੱਸ ਸਕਦਾ, ਜੇ ਉਹਨੂੰ ਡਰ ਹੁੰਦਾ ਆ, ਤੇ ਉਹ ਉਹਦੇ ਨਾਲ ਜੁੜ ਜੇ ਜਿਹੜਾ ਸੱਚਾਈ ਦੱਸਦਾ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਉਹਦੇ ਨਾਲ ਜੁੜ ਜੋ ਜਿਹੜਾ ਸੱਚਾਈ ਦੱਸਣ ਡਿਆ ਹੈ। ਐਵੇਂ ਨਹੀਂ ਪਾਸਟਰ ਬਣਨ ਦੀ ਨਹੀਂ ਲੋੜ। ਪਾਸਟਰ ਦੀ ਬੜੀ ਕੰਧਿਆਂ ਦੇ ਉੱਤੇ ਬੜੀ ਜ਼ਿੰਮੇਵਾਰੀ ਹੁੰਦੀ ਹੈ। ਜੋਤ ਵਾਲੀ ਕਿਤਾਬ ਪੜ੍ਹੋ, ਪ੍ਰਕਾਸ਼ ਦੀ ਪੋਥੀ ਚ ਪੜ੍ਹੋ। ਇੱਕੋ ਹੀ ਅਧਿਆਇ ਹੈਗਾ, ਉਹਦੇ ਬਾਈ ਯਾਰ ਪੜੋ। ਅਤੇ ਕਿੰਨਿਆਂ ਉੱਤੇ ਜਿਹੜੇ ਦੁਬਦਾ ਵਿੱਚ ਪਏ, ਡੁੱਬਦਾ ਵਿੱਚ ਪਏ ਹੋਏ ਹਨ ਦਇਆ ਕਰੋ। ਹਾਂ, ਜਿਹੜੇ ਦੁਬਦਾ ਵਿੱਚ ਪਏ ਨੇ ਉਹਨਾਂ ਉੱਤੇ ਕੀ ਕਰੋ? ਦਇਆ ਕਰੋ। ਜਿਹੜੇ ਦੁਬਦਾ 'ਚ ਪਏ ਆ, ਦਇਆ ਕਿੱਦਾਂ ਤੁਸੀਂ ਕਰੋਗੇ? ਦਇਆ ਕਰੋਗੇ ਉਹਨੂੰ ਸੱਚਾਈ ਦੱਸ ਕੇ। ਕਿੱਦਾਂ ਦਇਆ ਕਰੋਗੇ? ਸੱਚਾਈ ਦੱਸ ਕੇ। ਸੱਚਾਈ ਦੱਸ ਕੇ ਦਇਆ ਕਰੋਗੇ। ਤੇ ਵੀ ਭਰਾ ਵੇਖ ਆਪਣਾ ਤੋਂ ਨਾਸ਼ ਨਾ ਕਰਾ ਲਈ, ਸੱਚਾਈ ਜਾਇਆ ਅੱਗੇ। ਅਤੇ ਕਿੰਨਿਆਂ ਉੱਤੇ ਜਿਹੜੇ ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਤੂੰ ਖਿੱਚ ਕੇ ਬਚਾਓ। ਤੇ ਕਿੰਨਿਆਂ ਨੂੰ ਅੱਗ ਦੇ ਵਿੱਚੋਂ ਕਿੱਦਾਂ ਬਚਾਓ? ਤੂੰ ਖਿੱਚ ਕੇ। ਖਿੱਚ ਕੇ ਬਚਾਓ ਵੀ ਕੋਈ ਸਾਡਾ ਭੈਣ ਭਰਾ ਕਿਤੇ ਨਰਕ 'ਚ ਨਾ ਚੱਲ ਜੇ, ਕਿਤੇ ਅੱਗ 'ਚ ਨਾ ਚੱਲ ਜੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਆਓ ਆਪਾਂ ਉੱਥੇ ਚੱਲੀਏ ਕਿ ਇੱਕ ਮਹਾਦੂਤ, ਮੈਂ ਉਹ ਤੁਹਾਨੂੰ ਮਹਾਦੂਤ ਬਾਰੇ ਦੱਸਣਾ ਚਾਹੁੰਦਾ, ਕਿਉਂਕਿ ਮੈਨੂੰ ਕੋਈ ਇਹਦਾ ਕੋਈ ਸੰਗ ਸ਼ਰਮ ਨਹੀਂ ਆ। ਜੋ ਵਚਨ ਦੇ ਵਿੱਚ ਸੱਚਾਈ ਆ ਉਹ ਮੈਂ ਦੱਸਣੀ ਚਾਹੁੰਦਾ ਹੈ। ਇਹ 1906 ਦੇ ਵਿੱਚ ਇਹ ਨਬੀ ਪੈਦਾ ਹੋਇਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਇਹ ਪ੍ਰਚਾਰ ਕਰਦਾ ਹੁੰਦਾ ਸੀ, ਇਹਦੇ ਸਿਰ ਤੇ ਲੈਟ ਆ ਜਾਂਦੀ, 7 ਮੁਰਦੇ ਇਹਦੇ ਦੁਆਰਾ ਜਿੰਦਾ ਹੈ। ਇਹਨੇ ਉਹ ਪ੍ਰਚਾਰ ਕੀਤਾ ਜਿਹੜਾ ਕਿਸੇ ਨੇ ਨਹੀਂ ਕੀਤਾ। ਇਹਨੇ ਸਾਰੇ ਬਾਈਬਲ ਦੇ ਭੇਦ ਖੋਲ ਕੇ ਦੱਸੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਇਹ 7ਵਾਂ ਦੂਤ ਆ। ਇਹਨੇ 7 ਦੁਨੀਆਂ ਬਾਰੇ, 7 ਦੂਤਾਂ ਬਾਰੇ ਸਾਰਾ ਕੁਝ ਇਹਨੇ ਆਣ ਕੇ ਬਿਆਨ ਕੀਤਾ। ਸਾਰਾ ਬਾਈਬਲ ਦਾ ਭੇਦ ਜਿਹੜਾ ਇਹਨੇ ਖੋਲ ਦਿੱਤਾ। ਇਹਦਾ ਨਾਮ ਹੈਗਾ ਵਿਲੀਅਮ ਮੈਰੀਅਨ ਬ੍ਰਾਨਮ। 1906 ਦੇ ਵਿੱਚ ਪੈਦਾ ਹੋਇਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਸਮਝ ਗਏ ਜੀ 7ਵੇਂ ਦੂਤ ਨੂੰ? ਹਾਂਜੀ। ਪਰ ਮੈਂ ਤੁਹਾਨੂੰ ਸੰਦੇਸ਼ ਵਾਲਿਆਂ ਵਰਗੋਂ ਨਹੀਂ ਪ੍ਰਚਾਰ ਕਰੂੰਗਾ। ਮੈਨੂੰ ਪਤਾ ਉਹਨਾਂ ਦਾ ਕੀ ਹੁੰਦਾ, ਉਹਨਾਂ ਦੀ ਆਪਸ 'ਚ ਨਹੀਂ ਬਣਦੀ। ਪਰ ਮੈਂ ਤੁਹਾਨੂੰ ਪ੍ਰਚਾਰ ਕਰੂੰਗਾ ਜਿੱਦਾਂ ਮੈਨੂੰ ਯਿਸੂ ਕਹੂੰਗਾ। ਹਾਲੇਲੂਇਆ। ਹੁਣ ਵੀ ਤਾਂ ਮੈਂ ਪ੍ਰਚਾਰ ਕਰਨ ਡਿਆ ਨਾ, ਚੰਗਾ ਲੱਗਣ ਡਿਆ? ਹਾਂਜੀ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਕਿਉਂਕਿ ਮੈਂ ਉਹਨਾਂ ਵਰਗੋਂ ਨਹੀਂ ਕਰਦਾ। ਮੈਂ ਤੁਹਾਨੂੰ ਭਜਾਉਣਾ ਥੋੜੀ ਹੈ, ਮੈਂ ਤੁਹਾਡੀ ਜ਼ਿੰਦਗੀ ਬਚਾਉਣੀ ਹੈ। ਮੈਂ ਤਾਂ ਤੁਹਾਨੂੰ ਸਵਰਗ ਤੀਕਰ ਲੈ ਕੇ ਜਾਣਾ। ਮੇਰੀ ਤੇ ਜ਼ਿੰਮੇਵਾਰੀ ਲਾਈ ਰੱਬ ਨੇ। ਜੇ ਤੁਹਾਨੂੰ ਭਜਾਤਾ ਤੇ ਤੁਸੀਂ ਸਵਰਗ 'ਚ ਕਿੱਦਾਂ ਜਾਓਗੇ? ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਇਸ ਲਈ ਮੇਰੀ ਜ਼ਿੰਮੇਵਾਰੀ ਹੈ, ਮੈਂ ਤੁਹਾਨੂੰ ਸਵਰਗ 'ਚ ਲੈ ਕੇ ਜਾਣਾ ਹੈ। ਜੋ ਪ੍ਰਭੂ ਨੇ ਪੈਗਾਮ ਦਿੱਤਾ ਉਹ ਮੈਂ ਸੁਣਾਉਣਾ ਹੈ। ਇਹ 7ਵੇਂ ਦੂਤ ਬਾਰੇ ਆਪਾਂ, ਇਹ ਜਿਹੜਾ ਮਹਾਨ ਪ੍ਰਭੂ ਦਾ ਦੂਤ ਲਿਖਿਆ ਨਾ, ਇਹਦੇ ਬਾਰੇ ਸਿੱਖਿਆ ਹੈ। ਇੱਥੋਂ ਅਗਲੀ ਵਾਰ ਸਿੱਖੀ, ਕਿਉਂਕਿ ਟਾਈਮ ਬਹੁਤ ਹੈ, ਹਜੇ ਇੰਨਾ ਟਾਈਮ ਹੋਰ ਲੱਗਦਾ ਹੈ। ਇੱਥੇ ਆਪਾਂ ਸਮਾਪਤ ਕਰਦੇ ਹਾਂ। ਸਮਝ ਗਏ? ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਅੱਜ ਆਪਾਂ 2 ਗੱਲਾਂ ਸਿੱਖੀਆਂ। ਕਿਹੜੀ ਭਲਾ? ਮਹਾਦੂਤ ਦੀ ਆਵਾਜ਼। ਪ੍ਰਭੂ ਯਿਸੂ ਮਸੀਹ ਦੀ ਲਲਕਾਰ। ਦੂਜਾ ਮਹਾਦੂਤ ਦੀ ਸਾਰੇ ਆਵਾਜ਼। ਬੋਲੋ ਹਾਲੇਲੂਇਆ। ਹਾਲੇਲੂਇਆ। ਮਹਾਦੂਤ ਦੀ ਆਵਾਜ਼। ਸਿਰਫ ਆਪਾਂ 2 ਗੱਲਾਂ ਸਿੱਖੀਆਂ। ਠੀਕ ਹੈ? ਇਹ ਨਾ ਸੋਚੋ ਵੀ ਭਾਈਆਂ ਨੂੰ ਗਲਤ ਸਿਖਾਈ ਜਾਣਗੇ। ਗਲਤ ਸਿਖਾਉਂਗਾ ਨਾ ਮੈਂ ਨਰਕ 'ਚ ਜਾਊਂਗਾ। ਤੁਸੀਂ ਤਾਂ ਸਵਰਗ 'ਚ ਜਾਓਗੇ ਨਾ। ਨਾਲੇ ਗਲਤ ਕਦੀ ਮੈਂ ਸਿਖਾ ਹੀ ਨਹੀਂ ਸਕਦਾ। ਔਰ ਜੋ ਬਾਈਬਲ 'ਚ ਲਿਖਿਆ ਉਹ ਤੁਹਾਡੇ ਸਾਹਮਣੇ ਹੈ। ਔਰ ਲਿਖਿਆ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਹਿਚਾਣੋਗੇ। ਔਰ ਨਬੀਆਂ ਦੇ ਜਿਹੜੇ ਫਲ ਆ ਨਾ ਉਹ ਬਿਆਨ ਕਰਦੇ ਆ ਕਿਹੜਾ ਸੱਚਾ ਨਬੀ ਆ ਤੇ ਕਿਹੜਾ ਝੂਠਾ ਨਬੀ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਸਮਝੇ ਵਚਨ ਨੂੰ? ਹਾਂਜੀ। ਤੀਸਰੀ ਗੱਲ ਜਿਹੜੀ ਆ ਆਪਾਂ ਅਗਲੀ ਵਾਰ ਸਿੱਖਾਂਗੇ। ਤੀਸਰੀ ਗੱਲ ਕਿਹੜੀ ਭਲਾ?
ਤੁਰੀ ਦੀ ਆਵਾਜ਼ ਇੱਕ ਭਾਈ ਬ੍ਰਾਹਮਣ ਨੇ ਸੰਦੇਸ਼ ਵੀ ਸੁਣਾਇਆ। ਤੁਰੀਆਂ ਦਾ ਪਰਬ ਬੜੇ ਜੋਧਿਆਂ ਦੇ ਵਿੱਚ ਤਿਉਹਾਰ ਮਨਾਏ ਜਾਂਦੇ ਸੀ, ਪਰਬ ਮਨਾਏ ਜਾਂਦੇ ਸੀ। ਤੁਰੀਆਂ ਵੱਜਦੀਆਂ ਸੀ ਅਲੱਗ-ਅਲੱਗ। ਹਾਂਜੀ ਅਲੱਗ-ਅਲੱਗ। ਜਿਸ ਤਰ੍ਹਾਂ ਹੁਣ ਚਰਚ ਸ਼ੁਰੂ ਹੋਣਾ ਵਾ, ਆਪਾਂ ਟਾਈਮ ਰੱਖਿਆ ਨਾ, ਉਸ ਸਮੇਂ ਟਾਈਮ ਨਹੀਂ, ਉਸ ਟਾਈਮ ਉੱਤੇ ਚਰਚ ਸ਼ੁਰੂ ਹੁੰਦੀ, ਤੁਰੀ ਵੱਖਰੀ ਵਜਾਈ ਜਾਂਦੀ। ਜੇ ਕੋਈ ਉਹਨਾਂ ਦਾ ਤਿਉਹਾਰ ਆ ਜਾਂਦਾ ਹੈ ਉਹਦੀ ਤੁਰੀ ਵੱਖਰੀ ਵਜਾਈ ਜਾਂਦੀ ਤੇ ਤੁਰੀਆਂ ਦੀ ਆਵਾਜ਼ ਵੀ ਵੱਖੋ ਵੱਖ। ਇਹ ਸਾਰਾ ਕੁਝ ਆਪਾਂ ਸਿੱਖਾਂਗੇ। ਸਮਝ ਗਏ? ਹਾਂਜੀ ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਸਭ ਸਮਝ ਲੱਗ ਗਈ ਮੈਂ ਤੁਹਾਨੂੰ ਕਿਹੜੀ ਸਟੱਡੀ ਦੇਣਾ ਚਾਹਾਂ? ਹਾਂਜੀ ਉਹ ਹੀ ਨਹੀਂ, ਹਰ ਵਾਰ ਦਸਵੰਧ ਦਓ ਜੀ। ਦਸਵੰਧ ਜੀ ਤਾਂ ਤੁਸੀਂ ਪੱਕੇ ਹੋ ਗਏ ਜੀ। ਜਿਹੜੇ ਇੱਥੋਂ ਗਏ ਆ ਨਾ ਉਹ ਵੀ, ਉਹਨਾਂ ਨੂੰ ਵੀ ਮੈਂ ਪੱਕਿਆਂ ਕਰਾ ਕੇ ਖਿਲਾਇਆ ਹੈ। ਉਹ ਵੀ ਦਸਵੰਧ ਦਿੰਦੇ ਆ, ਭਾਵੇਂ ਦੂਜਿਆਂ ਨੂੰ ਦਿੰਦੇ ਆ, ਬੰਦਗੀਆਂ ਵੀ ਕਰਾਉਂਦੇ ਆ, ਪਰ ਕਰ ਮੈਂ ਪੱਕੇ ਕਰਕੇ ਖਿਲਾਇਆ ਪੂਰੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਬੜਾ ਧੰਨਵਾਦ। ਮੇਰੀ ਡਿਊਟੀ ਸ਼ਾਇਦ ਲੱਭੜੇ ਹੋ ਲਾਏਗੀ, ਇਹਨਾਂ ਨੂੰ ਤੂੰ ਪੱਕਿਆ ਕਰਨਾ ਹੈ। ਕਿਉਂਕਿ ਰੰਗੀਲੇ ਨੇ ਜਿਹੜਾ ਪ੍ਰਭੂ ਦੇ ਦਾਸ ਨੇ ਜਿਹੜਾ ਕੰਮ ਕਰਨਾ ਹੈ ਨਾ, ਉਹ ਕਰਕੇ ਚਲੇ ਗਏ। ਤੂੰ ਮਮ ਚਾਰਤੀਆਂ ਉਹਨਾਂ ਨੇ। ਹੁਣ ਜਿਹੜਾ ਮੇਰਾ ਕੰਮ ਹੈ ਨਾ, ਉਹ ਮੈਂ ਕੰਮ ਕਰਨਾ ਹੈ। ਉਹਨਾਂ ਦੀ ਨੀਂਹ ਦੇ ਉੱਤੇ ਉਸਾਰੀ ਕਰਨੀ ਆ। ਘਰ ਬਣਾਉਣਾ ਇੱਕ ਵਧੀਆ ਜ਼ਿੰਦਗੀ ਦਾ ਘਰ, ਪ੍ਰਭੂ ਯਿਸੂ ਦਾ ਘਰ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਸਮਝ ਗਏ ਬੱਚਿਆਂ ਨੂੰ? ਹਾਂਜੀ। ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ, ਆਸ਼ੀਸ਼ ਦੇਵੇ।